ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ। मट्टी का क्या तुपे स्वामी, मानस की कत मुख उचरे शस्त्र खट, पिंड गिरन चढ़ जाए, अंध लखे बदरो सुने। ज्यों काल कृपा हुक्म अंदर सब को, बाहर हुक्म ना कोई। नानक हुक्म जी बुझे, कबीर जह दर आवत जात हो, हटके नाही कोई। सो दर कैसे छोड़िए, जो दर ऐसा हो। लेखा गणिया ते होना नी छुटकारा, कृपा करके बख्शी माल। गणिया ते होना नी छुटकारा, कृपा करके बख्शी माल का। गणिया ते होना नी छुटकारा।
बख्शी मालका देखा बढ़िया दे होरानी चुपकारा कृपा करके बख्शी मालका
ਹਰ ਲਾਜ ਰਖਾਏ। ਹਮ ਬਾਰਿਕ ਕੋ ਗੁਰ ਪਿਤਾ ਹੈ, ਦੇਵੀ ਪਤ ਸਭਨ ਜਹਾਏ। ਬਖਸ਼ ਲਿਓ ਗੁਰ ਮੇਰੇ ਔਗਣਾ ਦੇ
ਕੀਤੇ ਔਗਣ ਨਾ ਹਰ ਜੀ ਤਾਰਦਾ, ਕੀਤੇ ਔਗਣ ਨਾ ਹਰ ਜੀ ਤਾਰਦਾ, ਭੁੱਲਿਆ ਬਖਸ਼ ਦੇਵੇ, ਕੀਤੇ ਔਗਣ ਹਰ ਜੀ ਤਾਰਦਾ, ਭੁੱਲਿਆ ਬਖਸ਼ ਦੇਵੇ। सच्चे पातशाह जी की साजी और निवाजी हुई गुरु रूप गुरु खालसा साध संगत जीओ, आओ जी जितने भी भाई भाई दूर नेड़े तो चल करके कोट ब्रह्मंड को ठाकुर स्वामी सर्ब जियां का दाता रे, प्रतिपालै ने तिसार संभालै एक गुण नहीं मूर्ख जाता रे। मैं मूर्ख की केतक बात है कोट अपराधी तरिया रे। गुरु नानक जिन सुनिया वेखिया
ਸੇ ਫਿਰ ਗਰਭਾਸ ਨਾ ਭਰਿਆ ਰੇ। ਕਰੋੜਾਂ ਹੀ ਬ੍ਰਹਿਮੰਡਾਂ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਨਿੱਕੀ ਗੋਦ ਵਿੱਚ ਬੈਠ ਕਰਕੇ ਮਹਾਰਾਜ ਜੀ ਦੀ ਪਾਵਨ ਗੁਰਬਾਣੀ ਕਥਾ ਕੀਰਤਨ ਦਾ ਆਨੰਦ ਮਾਣਨ ਵਾਸਤੇ ਅਤੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਉਪਦੇਸ਼ ਨੂੰ ਕਮਾਉਣ ਵਾਸਤੇ ਸਾਡੇ ਜੀਵਨ ਦੀ ਪ੍ਰਥਾਏ ਜੋ ਪ੍ਰਵਚਨ ਨੇ, ਭਾਵੇਂ ਸਾਧ ਸੰਗਤ ਜਿਉਣਾ ਝੂਠ ਹੈ, ਮਰਨਾ ਸੱਚ ਹੈ, ਸੰਸਾਰ ਵਿੱਚ ਕਿਸੇ ਨੇ ਰਹਿਣਾ ਨਹੀਂ ਹੈ, ਪਰ ਸਤਿਗੁਰੂ ਮਹਾਰਾਜ ਦੀ ਪਾਵਨ ਗੁਰਬਾਣੀ ਅਨੇਕਾਂ ਹੀ ਪਾਵਨ ਪਵਿੱਤਰ ਸ਼ਬਦਾਂ ਦੁਆਰਾ ਗੁਰੂ ਜੀ ਇਸ ਮਨੁੱਖਾ ਜਨਮ ਦੀ ਬਾਬਤ ਬੜੇ ਹੀ ਕੀਮਤੀ, ਬੜੇ ਹੀ ਪਿਆਰੇ ਉੱਚੇ ਸੁੱਚੇ ਪ੍ਰਵਚਨ ਸਤਿਗੁਰੂ ਜੀ ਮਹਾਰਾਜ ਨੇ ਆਪਣੀ ਪਵਿੱਤਰ ਰਸਨਾ ਤੋਂ ਉਚਾਰਨ ਕੀਤੇ ਹਨ। ਕਿਵੇਂ ਜੀਵ ਇਸ ਸੰਸਾਰ ਦੇ ਅੰਦਰ ਆ ਕਰਕੇ ਵਾਹਿਗੁਰੂ ਅਕਾਲ ਪੁਰਖ ਦੇ ਨਾਮ ਦੀ ਅਰਾਧਨਾ ਕਰਕੇ, ਪਰਮੇਸ਼ਰ ਦਾ ਭਜਨ ਕਰਕੇ, ਜੇ ਕੋਈ ਕਹੇ ਕਿ ਭਜਨ ਕਰਨਾ, ਸਿਮਰਨ ਕਰਨਾ, ਨਾਮ ਜਪਣਾ, ਮੈਡੀਟੇਸ਼ਨ ਕਰਨੀ ਜ਼ਰੂਰੀ ਹੈ, ਇਹਦੇ ਬਿਨਾਂ ਛੁੱਟਿਆ ਨਹੀਂ ਜਾਵੇਗਾ, ਇਹਦੇ ਬਿਨਾਂ ਛੁਟਕਾਰਾ ਨਹੀਂ ਹੋਵੇਗਾ। ਮਹਾਰਾਜ ਦੀ ਪਾਵਨ ਗੁਰਬਾਣੀ ਨੇ ਪ੍ਰਵਚਨ ਉਚਾਰਨ ਕੀਤਾ ਹੈ। ਮਹਾਰਾਜ ਕਹਿੰਦੇ ਜੇ ਰੱਬ ਦਾ ਨਾਮ ਨਾ ਜਪਿਆ, ਮਨੁੱਖਾ ਜਨਮ ਪਾ ਕਰਕੇ ਰੱਬ ਦੀ ਉਸਤਤ ਨਾ ਕੀਤੀ, ਕਿਉਂਕਿ ਸੱਚਾ ਪਰਮੇਸ਼ਰ ਦਾ ਨਾਮ ਹੈ, ਝੂਠਾ ਸੰਸਾਰ ਹੈ, ਝੂਠੀ ਦੇਹੀ ਹੈ। ਸਾਨੂੰ ਜੋ ਨਾਮ ਮਿਲਿਆ ਹੈ ਸਾਡਾ ਆਪਣਾ ਨਾਮ ਹੈ, ਸੰਸਾਰ ਵਿੱਚੋਂ ਮਿਲਿਆ। ਜਦੋਂ ਨਹੀਂ ਸੀ ਸੰਸਾਰ ਵਿੱਚ ਕੋਈ ਨਹੀਂ ਸੀ ਜਾਣਦਾ ਫਲਾਣਾ ਕੌਣ ਹੈ। ਸੰਸਾਰ ਵਿੱਚ ਆਏ, ਸੰਸਾਰ ਵਿੱਚ ਨਾਮ ਮਿਲਿਆ, ਸੰਸਾਰ ਵਿੱਚ ਸੋਭਾ ਹੋਈ। ਸੋਭਾ ਕਿਉਂ ਹੋਈ? ਕਿਉਂਕਿ ਪੂਰਬਲੇ ਸੰਸਕਾਰ ਨੇ ਸਾਡੇ ਕੁਝ ਨੇਕ ਕਰਮਾਂ ਦੇ ਨਾਲ, ਸ਼ੁਭ ਵਿਚਾਰਾਂ ਦੇ ਨਾਲ ਸੰਸਾਰ ਜਿਹੜਾ ਹੈ, ਮਹਾਰਾਜ ਕਹਿੰਦੇ ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਸਾਰਾ ਸੰਸਾਰ ਉਸਤਤੀ ਕਰਦਾ ਏ, ਵਡਿਆਈ ਕਰਦਾ ਏ। ਜਦੋਂ ਜੀਵ ਸੱਚ ਦੇ ਰਾਹ ਤੇ ਚੱਲਦਾ, ਸੱਚ ਦੇ ਰਾਹ ਤੇ ਚੱਲਣਾ ਬੜਾ ਔਖਾ ਹੈ। ਬੜੀਆਂ ਕਠਿਨਾਈਆਂ ਆਉਂਦੀਆਂ ਨੇ, ਪਰੇਸ਼ਾਨੀਆਂ ਆਉਂਦੀਆਂ ਨੇ, ਜੀਵਨ ਵਿੱਚ ਬੜੇ ਉਤਰਾਵ ਚੜਾਅ ਆਉਂਦੇ ਨੇ, ਦੁੱਖ ਤੇ ਸੁੱਖ ਆਉਂਦੇ ਹਨ। ਪਰ ਸਾਧ ਸੰਗਤ ਜੇ ਹਿਰਦੇ ਵਿੱਚ ਪਰਮੇਸ਼ਰ ਦਾ ਨਾਮ ਹੋਵੇ, ਦੁੱਖਾਂ ਨੂੰ ਜਰਨ ਦੀ ਸਮਰੱਥਾ ਜਿਹੜੀ ਹੈ ਅੰਦਰੋਂ ਹੀ ਪੈਦਾ ਹੋ ਜਾਂਦੀ ਹੈ। ਮਹਾਰਾਜ ਕਹਿੰਦੇ ਉਹਦੇ ਵਾਸਤੇ ਤੈਨੂੰ ਪਰਮੇਸ਼ਰ ਦਾ ਨਾਮ ਸੁਣਨਾ ਪਵੇਗਾ, ਵਾਹਿਗੁਰੂ ਦਾ ਭਜਨ ਜਿਹੜਾ ਹੈ ਕਰਨਾ ਪਵੇਗਾ, ਸਤਿਗੁਰੂ ਮਹਾਰਾਜ ਦੇ ਚਰਨਾਂ ਦੀ ਸੇਵਾ ਕਰਨੀ ਪਵੇਗੀ, ਤਾਂ ਜਾ ਕੇ ਦੁੱਖਾਂ ਤੋਂ ਬਰੀ ਹੋ ਸਕਦਾ ਹੈ। ਇਹ ਮੋਹ ਰੂਪੀ ਜਿਹੜੇ ਬੰਧਨ ਪਏ ਹੋਏ ਨੇ, ਇਹਨਾਂ ਤੋਂ ਤੂੰ ਛੁੱਟ ਸਕਦਾ ਹੈ। ਸ੍ਰੀ ਜਪਜੀ ਸਾਹਿਬ ਦੀ ਬਾਣੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਨੇ ਉਚਾਰਨ ਕੀਤੀ ਹੈ। ਸਾਧ ਸੰਗਤ ਜਪਜੀ ਸਾਹਿਬ ਦੀ ਪਾਵਨ ਗੁਰਬਾਣੀ ਦੇ ਅੰਦਰ ਮਹਾਰਾਜ ਜੀ ਨੇ ਸੁਣ ਦੀ ਬਾਬਤ 4 ਪੌੜੀਆਂ ਦਾ ਉਚਾਰਨ ਕੀਤਾ ਹੈ। ਮਹਾਰਾਜ ਕਹਿੰਦੇ ਜੇ ਕੋਈ ਸੁਣਦਾ ਹੈ, ਸੱਚੇ ਪਾਤਸ਼ਾਹ ਫਿਰ ਕੀ ਲਾਭ ਪ੍ਰਾਪਤ ਹੋਵੇਗਾ? ਮਹਾਰਾਜ ਕਹਿੰਦੇ ਸੁਣਨ ਦੇ ਨਾਲ ਸੁਣਿਆ ਦੁੱਖ ਪਾਪ ਕਾ ਨਾਸ। ਮਹਾਰਾਜ ਕਹਿੰਦੇ ਦੁੱਖਾਂ ਤੇ ਪਾਪਾਂ ਦਾ ਨਾਸ ਹੋਵੇਗਾ। ਸੁਣ ਕੇ ਹਿਰਦੇ ਅੰਦਰ ਵਸਾਈ ਮਹਾਰਾਜ ਦੀ ਪਾਵਨ ਗੁਰਬਾਣੀ ਦੀ ਕਿਰਪਾ ਹੋ ਗਈ। ਜੀਵ ਮਾੜੇ ਕਰਮਾਂ ਤੋਂ ਹਟ ਗਿਆ, ਚੰਗੇ ਕਰਮ ਕਰਦਾ ਹੈ, ਦੁੱਖਾਂ ਤੋਂ ਬਚ ਗਿਆ। ਪਾਪ ਕਰਦਾ ਸੀ, ਦੁੱਖ ਸਤਾਉਂਦੇ ਸਨ, ਬਰੀ ਹੋ ਗਿਆ।
ਤੇ ਮਹਾਰਾਜ ਜੇ ਕੋਈ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਰਸਨਾ ਤੋਂ ਕਹੇ ਜਪੇ, ਉਹਦੀ ਕਿਰਪਾ ਬਿਨਾ ਜਪਿਆ ਨਹੀਂ ਜਾਂਦਾ, ਉਹਦੀ ਕਿਰਪਾ ਬਿਨਾ ਕਿਹਾ ਵੀ ਨਹੀਂ ਜਾਂਦਾ। ਸੱਚੇ ਪਾਤਸ਼ਾਹ ਫਿਰ ਮਹਾਰਾਜ ਨੇ ਨਾਮ ਕਹਿਤ ਗੋਬਿੰਦ ਕਾ ਸੂਚੀ ਭਈ ਰਸਨਾ। ਜੇ ਕੋਈ ਰਸਨਾ ਦੁਆਰਾ ਵਾਹਿਗੁਰੂ ਦਾ ਨਾਮ ਕਹੇਗਾ ਜਪੇਗਾ, ਮਹਾਰਾਜ ਕਹਿੰਦੇ ਉਹਦੀ ਰਸਨਾ ਜਿਹੜੀ ਹੈ ਪਵਿੱਤਰ ਹੋ ਜਾਏਗੀ, ਸ਼ੁੱਧ ਹੋ ਜਾਏਗੀ, ਨਿਰਮਲ ਹੋ ਜਾਏਗੀ, ਮੈਲ ਤੋਂ ਰਹਿਤ। ਸਤਿਗੁਰੂ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਕਿਹਾ, ਜਿਨ੍ਹਾਂ ਨੇ ਜਪਿਆ, ਮਹਾਰਾਜ ਕਹਿੰਦੇ ਉਹਨਾਂ ਨੂੰ ਫਲ ਪ੍ਰਾਪਤ ਹੋਇਆ, ਉਹ ਦੁੱਖਾਂ ਤੋਂ ਬਰੀ ਹੋਏ। ਇਸੇ ਕਰਕੇ ਸਤਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਬਾਣੀ ਵਿੱਚ ਉਚਾਰਨ ਕਰਦੇ ਨੇ, ਪੜ੍ਹੀਏ ਸਾਰੇ। ਸੁਣ ਕੇ ਵੇਖ ਲੈ ਗੁਰਾਂ ਵਾਲੀ ਬਾਣੀ, ਦੁਖੜਿਆਂ ਦਾ ਨਾਸ ਹੋ ਜੇ। ਵੇਖ ਲੈ ਗੁਰਾਂ ਵਾਲੀ ਬਾਣੀ, ਪਾਪਾਂ ਵਾਲਾ ਨਾਸ ਹੋਏਗਾ। ਕੇ ਵੇਖ ਲੈ ਗੁਰਾਂ ਵਾਲੀ ਬਾਣੀ, ਦੁਖੜਿਆਂ ਦਾ ਨਾਸ ਹੋ ਜੂਗਾ। ਸੁਣ ਕੇ ਦੇਖ ਲੈ ਗੁਰਾਂ ਵਾਲੀ ਬਾਣੀ, ਦੁਖੜਿਆਂ ਦਾ ਨਾਸ ਹੋ ਜੂਗਾ। ਕੇ ਦੇਖ ਲੈ ਗੁਰਾਂ ਦੀ ਬਾਣੀ, ਦੁਖੜਿਆਂ ਦਾ ਨਾਸ ਹੋ ਜੂਗਾ। ਕੇ ਦੇਖ ਲੈ ਗੁਰਾਂ ਦੀ ਬਾਣੀ, ਦੁਖੜਿਆਂ ਦਾ ਨਾਸ ਹੋ ਜੂਗਾ। ਪਾਪਾਂ ਵਾਲਾ ਨਾਸ ਹੋ ਜਾਏਗਾ। ਵੇਖ ਲੈ ਗੁਰਾਂ ਦੀ ਬਾਣੀ, ਦੁੱਖਾਂ ਵਾਲਾ ਨਾਸ ਹੋ ਜਾਏਗਾ। ਕੇ ਵੇਖ ਲੈ ਗੁਰਾਂ ਵਾਲੀ ਬਾਣੀ, ਦੁਖੜਿਆਂ ਦਾ ਨਾਸ ਹੋ ਜੂਗਾ। ਸੁਣ ਕੇ ਦੇਖ ਲੈ ਗੁਰਾਂ ਵਾਲੀ ਬਾਣੀ, ਦੁਖੜਿਆਂ ਦਾ ਨਾਸ ਹੋ ਜੂਗਾ। ਕੇ ਦੇਖ ਲੈ ਗੁਰਾਂ ਦੀ ਬਾਣੀ, ਦੁਖੜਿਆਂ ਦਾ ਨਾਸ ਹੋ ਜੂਗਾ। ਕੇ ਦੇਖ ਲੈ ਗੁਰਾਂ ਦੀ ਬਾਣੀ, ਦੁਖੜਿਆਂ ਦਾ ਨਾਸ ਹੋ ਜੂਗਾ। ਦੁਖੜਿਆਂ ਦਾ ਜੀ ਨਾਸ ਹੋ ਜਾਏਗਾ। ਦੁਖੜਿਆਂ ਦਾ ਜੀ ਨਾਸ ਹੋ ਜਾਏਗਾ। ਦੁਖੜਿਆਂ ਦਾ ਜੀ ਨਾਸ ਹੋ ਜਾਏਗਾ। ਪਾਪਾਂ ਵਾਲਾ ਜੀ ਨਾਸ ਹੋ ਜਾਏਗਾ। ਪਾਪਾਂ ਵਾਲਾ ਜੀ ਨਾਸ ਹੋ ਜਾਏਗਾ। ਪਾਪਾਂ ਵਾਲਾ ਜੀ ਨਾਸ ਹੋ ਜਾਏਗਾ। ਦੁਖੜਿਆਂ ਦਾ ਜੀ ਨਾਸ ਹੋ ਜਾਏਗਾ। ਪਾਪਾਂ ਵਾਲਾ ਜੀ ਨਾਸ ਹੋ ਜਾਏਗਾ। ਦੁਖੜਿਆਂ ਦਾ ਜੀ ਨਾਸ ਹੋ ਜਾਏਗਾ। ਪਾਪਾਂ ਵਾਲਾ 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 ਜੀ ਨਾਸ ਹੋ ਜਾਏਗਾ। ਦੁਖੜਿਆਂ ਦਾ 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 ਜੀ ਨਾਸ ਹੋ ਜਾਏਗਾ। ਵੇਖ ਲੈ ਗੁਰਾਂ ਦੀ ਬਾਣੀ,
ਗੁਰਾਂ ਵਾਲੀ ਬਾਣੀ ਦੁੱਖਾਂ ਦਾ ਨਾਸ ਹੋ ਜਾਏਗਾ। ਸੁਣ ਕੇ ਵੇਖ ਲੈ ਗੁਰਾਂ ਦੀ ਬਾਣੀ ਦੁੱਖਾਂ ਵਾਲਾ ਨਾਸ ਹੋ ਜਾਏਗਾ। ਵੇਖ ਲੈ ਗੁਰਾਂ ਦੀ ਬਾਣੀ ਦੁਖੜਿਆਂ ਦਾ ਨਾਸ ਹੋ ਜਾਏਗਾ। ਸੁਣ ਕੇ ਵੇਖ ਲੈ ਗੁਰਾਂ ਦੀ ਬਾਣੀ ਦੁਖੜਿਆਂ ਦਾ ਨਾਸ ਹੋ ਜਾਏਗਾ। ਸੁਣ ਕੇ ਦੇਖ ਲੈ ਗੁਰਾਂ ਦੀ ਬਾਣੀ ਦੁਖੜਿਆਂ ਦਾ ਨਾਸ ਹੋ ਜਾਏਗਾ। ਸੁਣ ਕੇ ਦੇਖ ਲੈ ਗੁਰਾਂ ਦੀ ਬਾਣੀ ਦੁਖੜਿਆਂ ਦਾ ਨਾਸ ਹੋ ਜਾਏਗਾ। ਮਾਰੇ ਕਹਿੰਦੇ ਕਿੰਨੇ ਤਾਪ ਨਿਵਾਰਨ ਹਾਰਾ ਦੁਖ ਹੰਤਾ ਸਾਂਕੋ ਵਿਗਨ ਨਾ ਲਾਗੇ ਆਦੀਆਂ ਵਿਆਦੀਆਂ ਪਾਦੀਆਂ ਜਾਂ ਕੀ ਪ੍ਰਭ ਆਗੇ। ਅਰਦਾਸ ਮਾਰੇ ਕਹਿੰਦੇ ਤਿੰਨੇ ਤਾਪ ਜਿਹੜੇ ਸਭ ਤੋਂ ਵੱਡੇ ਦੁੱਖ ਗੁਰੂ ਜੀ ਕਹਿੰਦੇ ਖਤਮ ਹੋ ਜਾਣਗੇ, ਲੈ ਜਾਣਗੇ, ਪਰ ਸੁਣਨਾ ਪਵੇਗਾ ਪਰਮੇਸ਼ਰ ਦੇ ਨਾਮ। ਕੰਨਾਂ ਨਾਲ ਸੁਣਿਆ, ਮਨ ਜੁੜ ਗਿਆ, ਮਨ ਜੁੜ ਗਿਆ, ਸੁਰਤ ਜਿਹੜੀ ਹੈ ਗੁਰੂ ਦੇ ਸ਼ਬਦ ਵਿੱਚ ਖੁੱਭ ਜਾਂਦੀ ਹੈ। ਜਦੋਂ ਫਿਰ ਸੁਰਤ ਜਿਹੜੀ ਹੈ ਸ਼ਬਦ ਵਿੱਚ ਖੁੱਭਦੀ ਹੈ, ਜਿੱਥੇ ਮਨ ਨੂੰ ਅੰਮ੍ਰਿਤ ਰਸ ਦੀ ਪ੍ਰਾਪਤੀ ਹੁੰਦੀ ਹੈ, ਮਨ ਜਾਗਦਾ ਹੈ, ਉਸ ਰਸ ਨੂੰ ਪ੍ਰਾਪਤ ਕਰਦਾ ਹੈ। ਪਰ ਮਹਾਰਾਜ ਕਹਿੰਦੇ ਮਨ ਜਾਗੇ ਕਿ ਇਹ ਨਿਸ਼ਾਨੀ ਮਿੱਠੀ ਲੱਗੈ ਸ੍ਰੀ ਗੁਰਬਾਣੀ। ਮਨ ਜਾਗਣ ਦੀ ਇਹ ਨਿਸ਼ਾਨੀ ਹੈ। ਪਤਾ ਕਿਵੇਂ ਲੱਗੇ ਮਨ ਜਾਗਿਆ? ਮਹਾਰਾਜ ਕਹਿੰਦੇ ਜਦੋਂ ਸੱਚੇ ਪਾਤਸ਼ਾਹ ਦੀ ਬਾਣੀ ਮਿੱਠੀ ਲੱਗਣ ਲੱਗ ਪਵੇ, ਬਾਣੀ ਨਾਲ ਪਿਆਰ ਪੈ ਗਿਆ, ਇੱਕ ਇੱਕ ਸ਼ਬਦ ਮਹਾਰਾਜ ਦੇ ਨਾਮ ਵਾਲਾ ਸਾਨੂੰ ਪਿਆਰਾ ਲੱਗੇ, ਸਾਡਾ ਮਨ ਸੁਚੇਤ ਹੋ ਜੇ ਜਦੋਂ ਸਾਡੇ ਕੰਨਾਂ ਵਿੱਚ ਸੱਚੇ ਪਾਤਸ਼ਾਹ ਦੀ ਬਾਣੀ ਦੀ ਆਵਾਜ਼ ਆਵੇ, ਮਨ ਵਿੱਚ ਜੁੜ ਕੇ ਭਿੱਜ ਕੇ ਸ਼ਬਦ ਵਾਲੇ ਰਸ ਨੂੰ ਪ੍ਰਾਪਤ ਕਰੇ। ਗੁਰੂ ਜੀ ਨੇ ਇਹ ਸ਼ਬਦ ਦੀ ਪਰਥਾਏ ਮਹਾਰਾਜ ਨੇ ਰਸਨਾ ਕੀਤਾ ਹੈ। ਵਿਖੇ ਵਨ ਪੀਕਾ ਤਿਆਗ ਦੀ ਸਖੀਏ ਨਾਮ ਰਸ ਪੀਓ। ਰਸ ਤਾਂ ਪੀਤਾ ਜਾਵੇਗਾ, ਇਹ ਮਿੱਠਾ ਰਸ ਤਾਂ ਪ੍ਰਾਪਤ ਹੋਵੇਗਾ ਜਦੋਂ ਸਾਡਾ ਮਨ ਗੁਰ ਸ਼ਬਦ ਵਿੱਚ ਜੁੜੇਗਾ। ਚਿਮ ਚਿਮ ਵਰਸੈ ਅੰਮ੍ਰਿਤ ਧਾਰਾ ਮਨ ਪੀਵੈ ਗੁਰ ਸ਼ਬਦ ਵਿਚਾਰਾ। ਸ਼ਬਦ ਦੀ ਵਿਚਾਰ ਜਦੋਂ ਸਾਧ ਸੰਗਤ ਸਾਡੀ ਸੁਰਤ ਕਰਨ ਲੱਗ ਪਵੇਗੀ, ਸ਼ਬਦ ਚੱਲ ਰਿਹਾ, ਸਾਡੀ ਸੁਰ ਜਿਹੜੀ, ਸਾਡੀ ਬੁੱਧ ਜਿਹੜੀ ਹੈ, ਚਿੱਤ ਜਿਹੜਾ ਇਹ ਸਾਡਾ ਵਿਚਾਰ ਕਰ ਰਿਹਾ ਹੈ, ਅਸਲ ਵਿੱਚ ਆਨੰਦ ਉਦੋਂ ਪ੍ਰਾਪਤ ਹੋਣਾ ਹੈ। ਤੇ ਮਹਾਰਾਜ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਜਦੋਂ ਸਤਿਗੁਰੂ ਦੀ ਪ੍ਰਾਪਤੀ ਹੋਈ, ਜੀਵਨ ਆਨੰਦ ਦੇ ਘਰ ਵਿੱਚ ਰਿਹਾ ਗਿਆ। ਨਾ ਰੋਗ ਹੈ, ਨਾ ਸੋਗ ਹੈ, ਨਾ ਹਰਕ ਹੈ, ਨਾ ਮੈਂ ਮੇਰੀ ਹੈ। ਅਵਸਥਾ ਕਹੋ ਜੀ ਪ੍ਰਾਪਤ ਹੋ ਗਈ, ਜੀਵਨ ਮੁਕਤ ਵਾਲੀ। ਮਨ ਵੈਰਾਗ ਦੇ ਘਰ ਵਿੱਚ ਹੈ। ਜਦੋਂ ਮਨ ਵੈਰਾਗ ਦੇ ਘਰ ਵਿੱਚ ਆਉਂਦਾ, ਜੀਵ ਦੇ ਬੰਧਨ ਟੁੱਟ ਜਾਂਦੇ ਨੇ। ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਸੰਸਾਰ ਦੀ ਜਿਹੜੀ ਅਟੈਚਮੈਂਟ ਹੈ, ਮੋਹ ਰੂਪੀ, ਮਾਰੇ ਕਹਿੰਦੇ ਖਤਮ ਹੋ ਜਾਂਦੀ ਹੈ। ਬੰਧਨਾਂ ਨੂੰ ਤੋੜਨਾ, ਵੈਰਾਗੀ ਹੋਣਾ ਬੜਾ ਔਖਾ ਹੈ। ਜਿਹੜੇ ਵੈਰਾਗ ਦੀ ਅਵਸਥਾ ਵਿੱਚ ਆਏ ਸਾਧ ਸੰਗਤ, ਉਹਨਾਂ ਨੇ ਸਤਿਗੁਰੂ ਮਹਾਰਾਜ ਦੇ ਚਰਨਾਂ ਵਿੱਚ ਆਪਣਾ ਮਨ ਅਰਪਣ ਕੀਤਾ, ਮਨ ਭੇਟ ਚੜਾ ਦਿੱਤਾ। ਗੁਰੂ ਜੀ ਦੇ ਦਰਸ਼ਨਾਂ ਦੀ ਤਾਂਘ ਪੈਦਾ ਹੋਈ, ਸ਼ਬਦ ਦੇ ਰਸ ਦੀ ਤਾਂਘ ਪੈਦਾ ਹੋਈ। ਲੋਚਦੇ ਹਨ, ਅਰਦਾਸ ਬੇਨਤੀ ਕਰਦੇ ਹਨ, ਨਾਲ ਨਾਲ ਸ਼ਬਦ ਪੜ੍ਹੀਏ, ਸਮਝ ਆਵੇਗੀ। ਪਿਆਸ ਮਨ ਲਾਗੀ ਤਰਸ਼ ਤੇ, ਪਿਆਸ ਮਨ ਲਾਗੀ ਤਰਸ਼ ਤੇਰੇ, ਪਿਆਸ ਮਨ ਲਾਗੀ ਤਰਸ਼ ਤੇਰੇ, ਪਿਆਸ ਮਨ ਲਾਗੀ ਤਰਸ਼ ਤੇਰੇ, ਪਿਆਸ ਮਨ ਲਾਗੀ ਤਰਸ਼ ਤੇਰੇ ਕੀ, ਪਿਆਸ ਮਨ ਲਾਗੀ ਤਰਸ਼ ਤੇਰੇ ਕੀ, ਪਿਆਸ ਮਨ ਲਾਗੀ
तेरे की प्यास मन लागी दर्श तेरे की प्यास मन लागी दर्शन तेरे की प्यास मन लागी दर्शन तेरे की प्यास मन लागी दर्श प्यास मन लागी दर्श तेरे की प्यास मन लागी दर्श तेरे की प्यास मन लागी दर्श तेरे की प्यास मन लागी दर्शन तेरे की प्यास मन लागी दर्शन तेरे की प्यास मन लागी दर्श प्यास मन लागी दर्श तेरे की प्यास मन लागी दर्श तेरे की प्यास मन लागी दर्श तेरे की प्यास मन लागी दर्शन तेरे की प्यास मन लागी दर्शन तेरे की प्यास मन लागी दर्श तेरे प्यास मन लागी दर्श तेरे की प्यास मन लागी दर्श तेरे की प्यास मन लागी दर्श तेरे की प्यास मन लागी दर्शन तेरे की प्यास मन लागी दर्शन तेरे की ਔਰ ਕਹਿੰਦੇ ਵੀ ਦਰਸ਼ਨਾਂ ਦੀ ਪਿਆਸ ਲੱਗਦੀ ਹੈ ਤੇ ਜਦੋਂ ਮਹਾਰਾਜ ਦਾ ਦਰਸ਼ਨ ਕਰਦਾ ਏ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਇਹ ਕਹਿੰਦੇ ਧੰਨ ਸੋ ਵੇਲਾ ਜਿਤ ਦਰਸ਼ਨ ਕਰਨਾ ਹਾਂ ਬਲਿਹਾਰੀ ਸਤਿਗੁਰ ਸ਼ਰਨ ਮੈਂ ਬਲਿਹਾਰ ਜਾਵਾਂ ਆਪਣੇ ਸਤਿਗੁਰਾਂ ਤੋਂ ਗੁਰਾਂ ਦੀ ਸ਼ਰਨ ਤੋਂ ਮੈਨੂੰ ਸੱਚੇ ਪਾਤਸ਼ਾਹ ਦਾ ਦਰਸ਼ਨ ਪ੍ਰਾਪਤ ਹੋਇਆ ਜੀਵਨ ਬੜਾ ਕੀਮਤੀ ਹੈ ਸਵਾਸ ਬੜੇ ਕੀਮਤੀ ਹਨ ਸਮਾਂ ਬੜਾ ਥੋੜਾ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਕਿੰਨੀ ਕਾਰਜਾ ਹੈ ਕਲਯੁਗ ਦੇ ਸਮੇਂ ਦੇ ਅੰਦਰ 50 ਸਾਲ 60 ਸਾਲ 100 ਸਾਲ ਤੇ ਕੋਈ ਵਿਰਲਾ ਹੀ ਪਹੁੰਚਦਾ ਹੈ ਇਸ ਸਮੇਂ ਦੇ ਅੰਦਰ ਕਿਆ ਤੈਂ ਖਟਿਆ ਕਹਾਂ ਗਵਾਇਆ ਚਨੋ ਸਤਾਨ ਦੀਵਾਨ ਬੁਲਾਇਆ ਜਦੋਂ ਸਾਧ ਸੰਗਤ ਸੱਦਾ ਆ ਗਿਆ ਸਨੇਹਾ ਆ ਗਿਆ ਜਾਣਾ ਪੈਣਾ ਹੈ ਰਹਿਣਾ ਕਿਸੇ ਨੇ ਨਹੀਂ ਹੈ ਸੰਸਾਰ ਮੁਸਾਵਰ ਕਰਨਾ ਹੈ ਇੱਕ ਨਾ ਇੱਕ ਦਿਨ ਇਹਨੂੰ ਛੱਡ ਕੇ ਚਲਿਆ ਜਾਣਾ ਜੈਸੇ ਰਹਿਣ ਉੱਠ ਚਲਸੀ ਬਾਤ ਕਿਆ ਤੂੰ ਰਤਾ ਗ੍ਰਿਸ਼ਤ ਸਿਉ ਸਾ ਫੁੱਲਾਂ ਕੀ ਬਗਾਤ ਘਰ ਵਿੱਚ ਪ੍ਰਾਹੁਣਾ ਆਉਂਦਾ ਏ ਰਾਤ ਕੱਟਦਾ ਸਵੇਰ ਹੁੰਦਿਆਂ ਹੀ ਕਹਿ ਦਿੰਦਾ ਭਾਈ ਮੈਂ ਆਪਣੇ ਘਰ ਜਾ ਰਿਹਾ ਮਾਰੇ ਕਹਿੰਦੇ ਬਗੀਚੀ ਵਿੱਚ ਫੁੱਲ ਖਿੜਦਾ ਏ ਸ਼ਾਮ ਪੈਣ ਦੇ ਨਾਲ ਹੀ ਫੁੱਲ ਮੁਰਝਾ ਜਾਂਦਾ ਇੰਨਾ ਕੁ ਜੀਵਨ ਹੈ ਤੇਰਾ ਸੁਪਨੇ ਦੀ ਨਿਆਈ ਜਾਣਨਾ ਕਰ ਜਿਵੇਂ ਰਾਤ ਨੂੰ ਸੁੱਤੇ ਪਏ ਨੂੰ ਸੁਪਨਾ ਆ ਜਾਂਦਾ ਦਿਨ ਚੜ੍ਹਦਾ ਭੈ ਭੀਤ ਹੋ ਜਾਂਦਾ ਡਰਿਆ ਹੁੰਦਾ ਪਰ ਜਦੋਂ ਫਿਰ ਜਾਗਤ ਅਵਸਥਾ ਆਉਂਦੀ ਹੈ ਫਿਰ ਕਹਿੰਦਾ ਉਹ ਤੇ ਸੁਪਨਾ ਸੀ ਐਵੇਂ ਡਰੀ ਗਿਆ ਭੁਲੇਖਾ ਸੀ ਭਰਮ ਸੀ ਤੇ ਮਹਾਰਾਜ ਕਹਿੰਦੇ ਇਹ ਜੀਵਨ ਨੂੰ ਸਦਾ ਰਹਿਣ ਵਾਲਾ ਨਾ ਜਾਣ ਇਹ ਜੀਵਨ ਉਮਰਾਂ ਰੂਪੀ ਰਾਤ ਕੱਟਣ ਵਾਸਤੇ ਸੰਸਾਰ ਵਿੱਚ ਤੂੰ ਆਇਆ ਹੈ ਜਿਵੇਂ ਇੱਕ ਰਾਤ ਸੁੱਤਿਆਂ ਪਿਆ ਲੰਘ ਜਾਂਦੀ ਹੈ ਉਮਰਾਂ ਰੂਪੀ ਰਾਤ ਮੌਤ ਰੂਪੀ ਦਿਨ ਜਦੋਂ ਚੜ੍ਹਨਾ ਹੈ ਫਿਰ ਤੈਨੂੰ ਜਾਣਾ ਪੈਣਾ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਇਸ ਕਰਕੇ ਮਾਰੇ ਕਹਿੰਦੇ ਇਹ ਜੀਵਨ ਦੀ ਸਚਾਈ ਹੈ ਸੰਸਾਰ ਝੂਠਾ ਫਾਨੀ ਹੈ ਮੁਸਾਫਰ ਖਾਨਾ ਹੈ ਪਰਮਾਤਮਾ ਦਾ ਨਾਮ ਜਪ ਵਾਹਿਗੁਰੂ ਦਾ ਭਜਨ ਕਰ ਭਜਨ ਕਰੇਗਾ ਸੰਸਾਰ ਵਿੱਚ ਤੇਰੀ ਜਾਤ ਜਿਹੜੀ ਹੈ ਕਾਇਮ ਰਹੇਗੀ ਸਦਾ ਬਣੀ ਰਹੇਗੀ ਦੁਨੀਆ ਦੇ ਲੋਕ ਤੈਨੂੰ ਯਾਦ ਕਰਨਗੇ ਨਾਮ ਰਹਿਓ ਸਾਧੂ ਰਹਿਓ ਗੁਰ ਗੋਬਿੰਦ ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰ ਮੰਤਰ ਜਿਨ੍ਹਾਂ ਨੇ ਗੁਰੂ ਦੇ ਮੰਤਰ ਦੀ ਕਮਾਈ ਕੀਤੀ ਹੈ ਹਮਾਰੇ ਨਾਮ ਸਦਾ ਹੀ ਦਿੱਤਾ
ਸਦਾ ਹੀ ਸੰਸਾਰ 'ਚ ਉਹਨਾਂ ਦਾ ਨਾਮ ਰਹਿੰਦਾ ਹੈ। ਸਰੀਰ ਕਰਕੇ ਭਾਵੇਂ ਉਹ ਚਲੇ ਜਾਣ। ਇਸੇ ਕਰਕੇ ਮਹਾਰਾਜ ਗੁਰੂ ਨਾਨਕ ਦੇਵ ਪਾਤਸ਼ਾਹ ਕਹਿੰਦੇ ਕੂੜ ਰਾਜਾ ਕੂੜ ਪ੍ਰਜਾ ਕੂੜ ਸਭ ਸੰਸਾਰ, ਕੂੜ ਮੰਡਪ ਕੂੜ ਮਾੜੀ ਕੂੜ ਬੈਸਣ ਹਾਰ। ਮਹਾਰਾਜ ਕਹਿੰਦੇ ਕੂੜ ਰਾਜਾ, ਇੱਥੋਂ ਦਾ ਰਾਜਾ ਵੀ ਝੂਠਾ ਹੈ। ਕੂੜ ਪ੍ਰਜਾ, ਇੱਥੋਂ ਦੀ ਪ੍ਰਜਾ ਵੀ ਝੂਠੀ ਹੈ। ਕੂੜ ਸਭ ਸੰਸਾਰ, ਇੱਥੋਂ ਦਾ ਸਾਰਾ ਸੰਸਾਰ ਵੀ ਝੂਠਾ ਹੈ। ਕੂੜ ਮੰਡਪ ਕੂੜ ਮਾੜੀ ਕੂੜ ਬੈਸਣਹਾਰ, ਜਿਸ ਘਰ ਵਿੱਚ ਰਹਿ ਰਿਹਾ ਮਹਾਰਾਜ ਕਹਿੰਦੇ ਉਹ ਮਹਿਲ ਮੰਦਰ ਵੀ ਝੂਠੇ ਹਨ। ਜਿੱਥੇ ਬੈਠਾ ਹੋਇਆ ਮਹਾਰਾਜ ਕਹਿੰਦੇ ਉਹ ਪਲੇਸ ਵੀ ਝੂਠੀ ਹੈ। ਇਸ ਕਰਕੇ ਪਿਆਰਿਆ ਮਹਾਰਾਜ ਕਹਿੰਦੇ ਸੱਚ ਤਾਂ ਪਰ ਜਾਣੀਏ ਜਾਂ ਹਿਰਦੈ ਸੱਚਾ ਹੋਏ। ਕੂੜ ਕੀ ਮਲ ਉਤਰੈ ਤਨ ਕਰੇ ਅੱਛਾ ਹੋਏ। ਸੱਚ ਦੀ ਪਛਾਣ ਉਦੋਂ ਆਵੇਗੀ ਜਦੋਂ ਹਿਰਦਾ ਸੱਚਾ ਹੋਵੇਗਾ। ਹਿਰਦਾ ਸੱਚਾ ਕਦੋਂ ਹੋਵੇਗਾ? ਜਦੋਂ ਸੱਚੇ ਪਾਤਸ਼ਾਹ ਦੀ ਬਾਣੀ, ਨਿਰੰਕਾਰ ਦੀ ਬਾਣੀ ਦਾ ਆਵਾਜ਼ ਸਾਡੇ ਹਿਰਦੇ ਵਿੱਚ ਹੋਵੇਗਾ। ਨਹੀਂ ਤੇ ਮਹਾਰਾਜ ਕਹਿੰਦੇ ਸਭ ਕੁਝ ਝੂਠਾ ਹੈ। ਸਾਰਾ ਸੰਸਾਰ ਜੀ ਨਾਮ ਦੇ ਬਾਝੋ ਝੂਠਾ। 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 ਸਾਰਾ ਸੰਸਾਰ ਜੀ ਨਾਮ ਦੇ ਬਾਝੋਂ ਝੂਠਾ। ਸਾਰਾ ਸੰਸਾਰ ਜੀ ਨਾਮ ਦੇ ਬਾਝੋਂ ਝੂਠਾ। ਸਾਰਾ ਸੰਸਾਰ ਜੀ ਨਾਮ ਦੇ ਬਾਝੋ। ਸਾਰਾ ਸੰਸਾਰ ਜੀ ਨਾਮ ਦੇ ਬਾਝੋ ਝੂਠਾ। ਸਾਰਾ ਸੰਸਾਰ ਜੀ ਨਾਮ ਦੇ ਬਾਝੋ ਝੂਠਾ। ਸਾਰਾ ਸੰਸਾਰ ਜੀ ਨਾਮ ਦੇ ਬਾਝੋ ਝੂਠਾ। ਸਾਰਾ ਸੰਸਾਰ ਜੀ ਨਾਮ ਦੇ ਬਾਝੋਂ ਝੂਠਾ। ਸਾਰਾ ਸੰਸਾਰ ਜੀ ਨਾਮ ਦੇ ਬਾਝੋਂ ਝੂਠਾ। ਨਾਮ ਦੇ ਬਾਝੋ ਨਾਮ ਦੇ ਬਾਝੋ ਝੂਠਾ। 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 ਨਾਮ ਦੇ ਬਾਝੋਂ ਝੂਠਾ। ਨਾਮ ਦੇ ਬਾਝੋਂ ਝੂਠਾ। ਨਾਮ ਦੇ ਬਾਝੋਂ ਝੂਠਾ। ਨਾਮ ਦੇ ਬਾਝੋਂ ਝੂਠਾ। ਨਾਮ ਦੇ ਬਾਝੋ ਝੂਠਾ। ਨਾਮ ਦੇ ਬਾਝੋ ਝੂਠਾ। ਦੇ ਬਾਝੋ ਝੂਠਾ। ਨਾਮ ਦੇ ਬਾਝੋ ਝੂਠਾ। ਨਾਮ ਦੇ ਬਾਝੋਂ ਝੂਠਾ। ਨਾਮ ਦੇ ਬਾਝੋਂ ਝੂਠਾ। ਸਾਰਾ ਸੰਸਾਰ ਜੀ ਨਾਮ ਦੇ ਬਾਝੋ। ਸਾਰਾ ਸੰਸਾਰ ਜੀ ਨਾਮ ਦੇ ਬਾਝੋ ਝੂਠਾ। ਸਾਰਾ ਸੰਸਾਰ ਜੀ ਨਾਮ ਦੇ ਬਾਝੋਂ 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 ਝੂਠਾ। ਸਾਰੇ ਕਹਿੰਦੇ ਮਿੱਥਿਆ ਹੈ, ਝੂਠਾ ਹੈ ਸਾਰਾ ਕੁਝ। ਗੁਰੂ ਜੀ ਕਹਿੰਦੇ ਰਹਿਣ ਵਾਲਾ ਕੋਈ ਨਹੀਂ ਹੈ। ਸਰੀਰ ਨੇ ਨਹੀਂ ਰਹਿਣਾ। ਸਵਾਸ ਖਤਮ ਹੋ ਜਾਣੇ ਹਨ। ਮੌਤ ਅਟਲ ਸਚਾਈ। ਮੇਰੀ ਮੇਰੀ ਕਹਿਰੋਂ ਕਰਤੇ ਦਰਜੋਜਨ ਸੇ ਭਾਈ। ਕਿੱਥੇ ਗਏ ਵੱਡੇ ਵੱਡੇ ਰਾਜੇ ਦਰਜੋਜਨ ਵਰਗੇ? 12 ਜੋਜਨ ਸ਼ਦਰ ਚਲੇ ਤਾਂ 12 ਜੋਜਨ ਸ਼ਦਰ ਚਲੇ ਤਾਂ 12 ਕੋ ਤੇ ਫੌਜਾਂ ਦੇ ਸ਼ਦਰ ਝੂਲਣੇ। ਦੇਹੀ ਗਿਰਜਨ ਖਾਈ ਸਰਬ ਸੁਨ ਕੀ ਲੰਕਾ ਹੋਤੀ ਰਾਵਣ ਸਿਗੇ ਅਤਤਾਈ। ਕਹਾਂ ਭਏ ਦਰ ਬਾਂਧੇ ਹਾਥੀ। ਕਿਨ ਮੈਂ ਭਈ ਪਰਾਈ।
ਜਿਨ੍ਹਾਂ ਦੇ ਤਬੇਲਿਆਂ ਵਿੱਚ ਚੰਗੀਆਂ ਚੰਗੀਆਂ ਨਸਲਾਂ ਦੇ ਹਾਥੀ ਘੋੜੇ ਆਦਿਕ ਬੰਨੇ ਹੋਇਆ ਕਰਦੇ ਸਨ, ਜਿਨ੍ਹਾਂ ਦੀ ਰਹਿਣ ਵਾਲੀ ਲੰਕਾ ਵੀ ਸੋਨੇ ਦੀ ਸੀ। ਕਿੱਡਾ ਵੱਡਾ ਗਿਆਤਾ ਸੀ, ਪਾਠੀ ਸੀ, ਗਿਆਨਵਾਨ ਸੀ ਰਾਵਣ। ਪਰ ਮਾਰੇ ਕਹਿੰਦੇ ਲੰਕਾ ਗੜ ਸੋਨੇ ਕਾ ਪਿਆ, ਮੂਰਖ ਰਾਵਣ क्या ले गया? क्या ले गया? ਕੀ ਲੈ ਗਿਆ ਬਈ? ਗਹਿਰੀ ਕਰਕੇ ਨੀਵ ਖੁਦਾਈ, ਉਪਰ ਮੰਡਪ ਛਾਏ, ਮਾਰ ਕੰਡੇ ਤੇ ਕੋਦ ਕਾਈ, ਜਿਤਰੇ ਧਰਮ ਮੂਡ ਬੁਲਾਏ, ਹਮਰੋ ਕਰਤਾ ਰਾਮ ਸਨੇਹੀ, ਕਾਹੇ ਰੇ ਨਰ ਗਰਭ ਕਰਤ ਹੋ, ਬਿਨ ਸਜਾਏ ਝੂਠੀ ਦੇਹੀ। ਮਾਰੇ ਕਹਿੰਦੇ ਝੂਠੀ ਦੇਹੀ ਹੈ। ਵੱਡੇ ਵੱਡੇ ਰਿਸ਼ੀ ਮਾਰ ਕੰਡੇ ਵਰਤੇ, ਹਜ਼ਾਰਾਂ ਸਾਲ ਜਿਨ੍ਹਾਂ ਦੀ ਉਮਰ ਸੀ, ਉਹ ਵੀ ਨਹੀਂ ਰਹੇ। ਉਹਨਾਂ ਨੂੰ ਸੰਸਾਰ ਛੱਡ ਕੇ ਜਾਣਾ, ਅਲਵਿਦਾ ਕਹਿ ਗਏ ਸੰਸਾਰ ਨੂੰ। ਹੌਲੀਏ ਪੀਰ ਪੈਗੰਬਰ ਰਾਜੇ ਮਹਾਰਾਜੇ, ਜੋ ਆਇਆ ਸੋ ਚਲਸੀ ਸਭ ਕੋਈਓ, आई बारी है ਵਾਰੀ ਹੈ। ਪਰ ਮਾਰੇ ਕਹਿੰਦੇ ਜਿਸ ਕੇ ਜੀ ਪ੍ਰਾਣ ਹੈ, ਕਿਉਂ ਸਾਹਿਬ मन हो बेसारी है। ਇੱਕ ਤੇ ਆਇਆ ਚਲਿਆ ਗਿਆ। ਮਾਰੇ ਕਹਿੰਦੇ ਜਿਹਦੇ ਅੰਦਰ ਸਵਾਸ ਚੱਲ ਰਹੇ ਹਨ, ਉਹ ਪਰਮੇਸ਼ਰ ਦੇ ਨਾਮ ਨੂੰ ਚੇਤੇ ਕਰੇ, ਨਾਮ ਨੂੰ ਧਿਆਉਣਾ ਕਰੇ, ਨਾਮ ਨੂੰ ਜਪਣਾ ਕਰੇ, ਸਵਾਸ ਸਫਲੇ ਹੋ ਜਾਵਣ। ਭਾਈ ਨੰਦ ਲਾਲ ਜੀ ਕਹਿੰਦੇ ਉਮਰ ਉਹਾਂ ਵਿੱਚ ਲੇਖੇ ਦੀ ਜਿਹੜੀ ਯਾਦ ਸਾਈਂ ਵਿੱਚ ਗੁਜ਼ਰੇ, ਪੈਂਦੀ ਮੁਜਰੇ, ਨਹੀਂ ਤਾਂ ਸਾਨੂੰ ਹਾਸਲ ਕੀ ਹੈ, ਵਿੱਚ ਅਸਲੀ ਦੇ ਹੁਜ਼ਰੇ ਸੰਝ ਦੇ ਭਜੇ। ਉਹੀ ਘੜੀਆਂ, ਉਹੀ ਸਮਾਂ, ਉਹੀ ਪਲ ਲੇਖੇ ਵਿੱਚ ਹਨ, ਉਹੀ ਉਮਰ ਲੇਖੇ ਵਿੱਚ ਹੈ, ਜਿਹੜੀ ਮਾਲਕ ਦੀ ਯਾਦ ਵਿੱਚ ਬਿਤਾਈ ਜਾਵੇ। ਨਹੀਂ ਤੇ ਮਾਰੇ ਕਹਿੰਦੇ ਰਾਮ ਸਿਮਰ ਪਛਤਾਹੇਗਾ ਮਨ, ਪਾਪੀ ਜੀਅਰਾ ਲੋਕ ਕਰਤ ਹੈ, ਆਜ ਕਾਲ ਉੱਠ ਜਾਏ। ਪਤਾ ਨਹੀਂ ਅੱਜ ਤੁਰ ਜੇ ਕੱਲ ਨੂੰ ਤੁਰ ਜੇ, ਕਿਸੇ ਨੂੰ ਕੋਈ ਖਬਰ ਨਹੀਂ ਹੈ। ਜਿਉਂ ਜਮ ਆਏ ਕੇਸ ਗਿਆ ਪੜ ਗਿਆ ਤੌ ਦਿਨ, कुछ ना बसाएगा। ਜਦੋਂ ਆ ਗਏ ਜੰਮ ਫੜ ਲਿਆ ਕੇਸਾਂ ਤੋਂ, ਕਿਸੇ ਨੇ ਛਡਾਉਣਾ ਨਹੀਂ। ਧਨ ਜੋਬਨ ਘਾਗਰ ਬਨਾ ਕੀਜੈ, ਕਾਗਰ ਜਿਉਂ गल जाएगा। ਸਿਮਰਨ ਭਜਨ ਦਿਆ ਨੀ ਕੀਨੀ ਤੌ ਮੁਖ, चोटा खाएगा। ਕਹਿਤ ਕਬੀਰ ਸੁਨੋਰੇ ਸੰਤੋ, ਸਾਧ ਸੰਗਤ तर जाएगा। ਤਰ ਜਾਣ। ਜੇ ਰੱਬ ਦੇ ਪਿਆਰਿਆਂ ਨੇ ਸਤਿਗੁਰੂ ਮਹਾਰਾਜ ਦੀ ਸੰਗਤ ਕੀਤੀ ਹੋਵੇਗੀ, ਕਹਿੰਦੇ ਫੇਰ ਤੇਰਾ ਤਰਨਾ ਹੈ। ਨਹੀਂ ਤੇ ਮਾਰੇ ਕਹਿੰਦੇ ਤਿਤ ਸਰਵਰੜੇ ਪੇਲੀ ਨਿਵਾਸਾ, ਬਾਣੀ ਪਾਵਤ ਨੇ ਕੀਆ, ਪੰਕਜ ਮੋਹ ਪਗਨੀ ਚਾਲੈ, ਹਮ ਦੇਖਾ ਤੇ ਡੂਬੀ ਆਲੇ। ਜਿਹੜੇ ਮੋਹ ਦੇ ਚਿੱਕੜ ਵਿੱਚ ਫਸ ਗਏ, ਮਾਰੇ ਕਹਿੰਦੇ ਮੈਂ ਡੁੱਬਦੇ ਹੀ ਵੇਖੇ ਨੇ, ਆਖੋ ਜੀ ਸਤਨਾਮ। श्री वाहिगुरु ਤਰਿਆ ਕੋਈ ਨਹੀਂ। ਮਾਰੇ ਕਹਿੰਦੇ ਉਹ ਡੁੱਬ ਗਏ। ਤਰੇ ਕੌਣ ਨੇ? ਗੁਰਮੁਖ ਰੱਬ ਦੇ ਪਿਆਰੇ ਨਾਮ ਜਪਣ ਵਾਲੇ, ਬਾਣੀ ਪੜਨ ਵਾਲੇ ਤਰ ਗਏ। ਇਹਾਂ ਖਾਟ ਚਲੋ ਹਰ ਲਾਹਾ ਆਗੇ, बसन सहेला। ਬਸਨ ਸੁਹੇਲਾ। ਅੱਗਾ ਉਹਨਾਂ ਦਾ ਸੁੱਖਾਂ ਭਰਿਆ ਪ੍ਰਤੀਤ ਹੋਇਆ। ਮਾਲਕ ਦੇ ਘਰ ਵਿੱਚ, ਪ੍ਰਭੂ ਦੀ ਦਰਗਾਹ ਵਿੱਚ ਸੁਖ ਹੀ ਹੈ ਰੇ ਭਾਈ ਸੁਖ। ਬੇਗਮਪੁਰਾ ਸ਼ਹਿਰ ਕੋ ਨਾਮ, ਦੁਖ ਦੋ ਨਹੀਂ ਤੈ ਠਾਓ। ਮਾਰੇ ਕਹਿੰਦੇ ਪ੍ਰਭ ਕੈ ਸਿਮਰਨ, ਰਿੱਧ ਸਿੱਧ ਨੌ ਨਿਤ। ਗੁਰੂ ਜੀ ਕਹਿੰਦੇ 9 ਨਿਧੀਆਂ 18 ਸਿੱਧੀਆਂ ਮਿਲਦੀਆਂ ਹਨ ਪ੍ਰਮਾਤਮਾ ਦੇ ਸਿਮਰਨ ਵਿੱਚ। ਸ੍ਰੀ ਸੁਖਮਨੀ ਸਾਹਿਬ ਦੀ ਬਾਣੀ ਦਾ ਪਾਠ ਕਰਦੇ ਹਾਂ। ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹਿ ਮਿਟਾਵੋ। ਸਿਮਰੋ ਜਾਸ ਵਿਸੰਭਰ ਏਕੈ, ਨਾਮ ਜਪਤ ਅਗੰਤ ਅਨੇਕ। ਵੇਦ ਪੁਰਾਨ ਸਿਮਰ ਸੁਧ ਅੱਖਰ, ਕੀਨੇ RAM ਨਾਮ ਇੱਕ ਅੱਖਰ। ਕਿਨਕਾ ਏਕ ਜੇ ਜੀਵ ਸਾਵੇ, ਤਾਂ ਕੀ ਮਹਿਮਾ गनी ना आवे। ਉਹਦੀ ਤੇ ਸਾਧ ਸੰਗਤ ਮਹਿਮਾ ਜਿਹੜੀ ਹੈ ਵੇਦਾਂ ਤੋਂ ਪਰੇ ਹੋ ਜਾਂਦੀ ਹੈ। ਜਿਨੇ ਪ੍ਰਮਾਤਮਾ ਦੇ ਨਾਮ ਦਾ ਸਿਮਰਨ ਕੀਤਾ, ਵਾਹਿਗੁਰੂ ਦੇ ਨਾਮ ਦੀ ਕਮਾਈ ਕੀਤੀ, ਭਾਵ ਕੀ ਹੈ? ਰੱਬ ਨੂੰ ਚੇਤੇ ਕੀਤਾ ਹੈ। ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਨੇ ਫੈਸਲਾ ਦਿੱਤਾ ਹੈ, ਚੇਤਨਾ ਹੈ ਤੋ ਚੇਤ ਲੈ, हर मन काहे न
ਝੂਠੇ ਅਗਿਆਨਾਂ ਝੂਠੇ ਲਾਲਚ ਲੱਗ ਗਏ। ਅੱਜ ਹੂੰ ਕਸ਼ਟ ਕਿਉਂ ਨਹੀਂ। ਅੱਜ ਹੂੰ ਕਸ਼ਟ ਬਿਗੜਿਓ ਨਹੀਂ। ਜੋ ਪ੍ਰਭ ਗੁਣ ਗਾਵੇ ਚਿਤ ਲੈ। ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ। ਨਿਸ ਦਿਨ ਮੈਂ ਪ੍ਰਾਨੀ, ਨਿਸ ਦਿਨ ਕਹਿੰਦੇ ਨੇ ਦਿਨ ਤੇ ਰਾਤ। ਮਾਰੇ ਕਹਿੰਦੇ ਦਿਨ ਤੇ ਰਾਤ ਹੀ ਰੱਬ ਨੂੰ ਚੇਤੇ ਕਰ। ਇਹ ਨਹੀਂ ਵੀ 2 ਘੜੀਆਂ ਬਹਿ ਕੇ ਚੇਤੇ ਕਰ, 2 ਘੰਟੇ ਬਹਿ ਕੇ 3 ਘੰਟੇ ਯਾਦ ਕਰ ਲਿਆ ਹੁਣ ਸਾਰਾ ਦਿਨ ਮੈਂ ਰੱਬ ਨੂੰ ਚੇਤੇ ਨਹੀਂ ਕਰਨਾ। ਨਿਸ ਦਿਨ ਮੈਂ ਪ੍ਰਾਨੀ, ਨਿਸ ਦਿਨ ਦਿਨ ਤੇ ਰਾਤ 8 ਪਹਿਰ, 4 ਪਹਿਰ ਦਿਨ ਦੇ 4 ਪਹਿਰ ਰਾਤ ਦੇ। 8 ਪਹਿਰ ਮਾਰੇ ਕਹਿੰਦੇ ਰੱਬ ਨੂੰ ਚੇਤੇ ਕਰ। ਛਿਨ ਛਿਨ ਔਦ ਵਿਹਾਤ ਹੈ, ਛਿਨ ਛਿਨ ਕਰਕੇ ਘੜੇ ਵਿੱਚ ਪਾਣੀ ਪਾ ਕੇ ਰੱਖ ਦਈਏ, ਹੌਲੀ ਹੌਲੀ ਕਰਕੇ ਸਿਮ ਜਾਂਦਾ। ਛਿਨ ਛਿਨ ਔਦ ਕਹਿੰਦੇ ਨੇ ਉਮਰ ਨੂੰ। ਛਿਨ ਛਿਨ ਔਦ ਵਿਹਾਤ ਹੈ, ਘਟ ਰਹੀ ਹੈ। ਫੁੱਟੇ ਘਟ ਜਿਉਂ ਪਾਣੀ, ਜਿਵੇਂ ਘੜੇ ਵਿੱਚੋਂ ਪਾਣੀ ਘਟਦਾ ਐਵੇਂ ਉਮਰ ਘਟਦੀ ਜਾ ਰਹੀ ਹੈ। ਮਾਰੇ ਕਹਿੰਦੇ ਛਿਨ ਛਿਨ ਔਦ ਵਿਆਟ ਹੈ, ਬੂਟੇ ਘਟ ਜਿਉ ਪਾਨੀ, ਹਰ ਗੁਣ ਕਾਹੇ ਨਾ ਗਾਵਈ। ਮੂਰਖ ਗਿਆਨਾ, ਜਦੋਂ ਤੈਨੂੰ ਪਤਾ ਹੈ ਉਮਰ ਘਟਦੀ ਜਾ ਰਹੀ, ਬਚਪਨ ਆਇਆ ਜਵਾਨੀ ਆ ਗਈ, ਜਵਾਨੀ ਆਈ ਬੁਢੇਪਾ ਆ ਗਿਆ, ਬੁਢੇਪੇ ਬਾਅਦ ਮੌਤ ਨੇ ਤੇ ਆਉਣਾ ਹੀ ਹੈ। ਮਾਰੇ ਕਹਿੰਦੇ ਜਦੋਂ ਤੈਨੂੰ ਪਤਾ ਹੈ ਵੀ ਉਮਰ ਘਟਦੀ ਆ ਰਹੀ ਹੈ, ਫਿਰ ਹਰ ਗੁਣ ਕਾਹੇ ਨਾ ਗਾਵੀ। ਹਰੀ ਦੇ ਗੁਣਾਂ ਦਾ ਗਾਇਨ ਕਿਉਂ ਨਹੀਂ ਕਰਦਾ ਤੂੰ? ਪਰਮਾਤਮਾ ਦਾ ਨਾਮ ਕਿਉਂ ਨਹੀਂ ਜਪਦਾ? ਰਸਨਾ ਨਾਲ ਵਾਹਿਗੁਰੂ ਵਾਹਿਗੁਰੂ ਕਿਉਂ ਨਹੀਂ ਕਹਿੰਦਾ ਤੂੰ? ਮੂਰਖ ਗਿਆਨਾ। ਮਾਰੇ ਕਹਿੰਦੇ ਬੜਾ ਵੱਡਾ ਮੂਰਖ ਹੈ, ਤੈਨੂੰ ਸੋਝੀ ਨਹੀਂ ਪਈ, ਅਗਿਆਨਤਾ ਦੇ ਵਸ ਪਿਆ ਹੋਇਆ ਹੈ। ਆਜੂ ਕਛ ਬਿਗੜਿਓ ਨਹੀਂ, ਜੋ ਪ੍ਰਭ ਗੁਣ ਗਾਵੇ। ਹਜੇ ਵੀ ਕੁਝ ਨਹੀਂ ਵਿਗੜਿਆ ਤੇਰਾ। ਰੱਬ ਦੇ ਗੁਣ, ਪਰਮੇਸ਼ਰ ਦਾ ਨਾਮ ਐਸਾ ਏ, ਨਿਰਭਉ ਜਪੈ ਸਗਲ ਭਉ ਮਿਟੈ। ਜਿਹਦਾ ਨਾਮ ਐਸਾ ਵਾਹਿਗੁਰੂ ਦਾ ਏ, ਜਪਣ ਦੇ ਨਾਲ ਸਾਰੇ ਮੌਤ ਰੂਪੀ ਭੈ, ਜਮ ਰੂਪੀ ਭੈ ਜਿਹੜੇ ਹਨ ਇਹ ਖਤਮ ਹੋ ਜਾਂਦੇ ਹਨ। ਜਮਾਂ ਦੀ ਮਾਰ ਦਾ ਭੈ ਹਰ ਸਮੇਂ ਸਤਾਉਂਦਾ। ਦੁੱਖਾਂ ਰੂਪੀ ਭੈ। ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਨੂੰ ਨਾ ਚੰਦੂ ਨੇ ਨਾ ਤੱਤੀ ਤਵੀ ਦੇ ਬਿਠਾ ਦਿੱਤਾ। ਹੁਣ ਮਹਾਰਾਜ ਦੇ ਸਿਰ ਵਿੱਚ ਗੜਕਿੱਤਾ ਪੜਪੂੰਜਾ ਗਰਮ ਰੇਤ ਪਾ ਰਿਹਾ ਹੈ। ਸਤਿਗੁਰੂ ਮਹਾਰਾਜ ਤੱਤੀ ਤਵੀ ਤੇ ਬੈਠੇ ਨੇ, ਤਵੀ ਲਾਲ ਸੁਰਖੀ ਪਈ ਹੈ। ਮੌਕੇ ਦੀ ਸਰਕਾਰ ਤੱਤੀ ਹੈ, ਸਾਧ ਸੰਗਤ, ਗਰਮੀ ਦਾ ਮੌਸਮ ਤੱਤਾ ਹੈ, ਅੱਗ ਦਾ ਸੇਕ ਤੱਤਾ ਹੈ, ਤੱਤੀ ਤਵੀ ਹੈ। ਚੰਦੂ ਕੋਲੇ ਜਾ ਕੇ ਮਹਾਰਾਜ ਨੂੰ ਕਹਿੰਦੇ, ਗੁਰੂ ਅਰਜਨ ਦੇਵ ਪਾਤਸ਼ਾਹ ਇੱਕ ਵਾਰੀ ਤੁਸੀਂ ਕਹੋ, ਮੈਂ ਐਸੇ ਵਕਤ ਹੁਣੇ ਐਸੇ ਟਾਈਮ ਤੁਹਾਨੂੰ ਤਸੀਹੇ ਦੇਣੇ ਬੰਦ ਕਰ ਦੇਵਾਂਗਾ। ਮਹਾਰਾਜ ਕਹਿੰਦੇ ਜੋ ਤੂੰ ਕਰਨਾ ਕਰ ਲੈ। ਚੰਦੂ ਕਹਿੰਦੇ ਸੱਚੇ ਪਾਤਸ਼ਾਹ ਤੁਹਾਨੂੰ ਭੈ ਨਹੀਂ ਆਉਂਦਾ? ਗੁਰੂ ਅਰਜਨ ਦੇਵ ਮਹਾਰਾਜ ਤੁਹਾਨੂੰ ਡਰ ਨਹੀਂ ਆਉਂਦਾ? ਤੁਹਾਡੇ ਸਰੀਰ ਨੂੰ, ਤੁਹਾਡੀ ਕਾਇਆ ਨੂੰ ਛੇਕ ਨਹੀਂ ਲੱਗ ਰਿਹਾ? ਮਹਾਰਾਜ ਕਹਿੰਦੇ ਮਨ ਸ਼ਾਂਤ ਹੈ, ਹਰੀ ਨਾਮ ਸੇ। ਮਹਾਰਾਜ ਕਹਿੰਦੇ ਚੰਦੂ ਸਾਡੇ ਕੋਲੇ ਨਾ
ਸਾਡਾ ਮਨ ਠੰਡਾ ਏ ਭਾਵੇਂ ਸੇਕ ਬੜਾ ਹੈ, ਤਵੀ ਤਤੀ ਹੈ। ਚੰਦੂ ਕਹਿਣ ਲੱਗਿਆ ਮੈਂ ਸ਼ਹੀਦ ਕਰਾ ਦਿਆਂਗਾ, ਤੁਹਾਨੂੰ ਆਪਣੀ ਜਾਨ ਦੀ ਪਰਵਾਹ ਨਹੀਂ ਹੈ। ਤੁਹਾਡੇ ਕੋਲੇ ਇਹੋ ਜਿਹੀ ਕਿਹੜੀ ਵਸਤੂ ਹੈ, ਮੌਕੇ ਦੀ ਸਰਕਾਰ ਤੁਹਾਡੇ ਖਿਲਾਫ ਹੈ, ਕੋਈ ਤੁਹਾਡੀ ਸਹਾਇਤਾ ਕਰਨ ਵਾਲਾ ਨਹੀਂ ਆਇਆ, ਨਾ ਕੋਈ ਤੁਹਾਨੂੰ ਇੱਥੋਂ ਬਚਾ ਸਕਦਾ ਹੈ, ਨਾ ਕੋਈ ਤੁਹਾਡੀ ਹਾਮੀ ਭਰ ਸਕਦਾ ਹੈ। ਮਹਾਰਾਜ ਨੇ ਕੀ ਆਖਿਆ? ਮਹਾਰਾਜ ਕਹਿੰਦੇ ਸਾਡੇ ਬਚਾਓ ਕਰਨ ਵਾਲਾ ਹੈ। ਕੌਣ ਹੈ? ਮਹਾਰਾਜ ਕਹਿੰਦੇ ਸਾਚਾ ਨਾਮ ਮੇਰਾ ਆਧਾਰੂ। ਗੁਰੂ ਜੀ ਕਹਿੰਦੇ ਜੈ ਮਾਤ ਪਿਤਾ ਸੁਤ ਮੀਤ ਨਾ ਭਾਈ, ਮਾਨੂਹਾ ਨਾਮ ਤੇਰੇ ਸੰਗ ਸਹਾਈ। ਸੰਗ ਸਹਾਈ। ਸਾਡੀ ਸਹਾਇਤਾ ਕਰਨ ਵਾਲਾ ਹੈ ਤਾਂ ਨਹੀਂ ਸਾਨੂੰ ਡਰ ਆਉਂਦਾ, ਤਾਂ ਨਹੀਂ ਸਾਨੂੰ ਭੈ ਆਉਂਦਾ। ਜਿੰਨੇ ਮਰਜ਼ੀ ਤਸੀਹੇ ਦੇ, ਮਾਰ ਦੇ, ਮੁਕਾ ਦੇ, ਖਤਮ ਕਰ ਦੇਵੇਂਗਾ, ਇਸ ਤੋਂ ਅੱਗੇ ਹੋਰ ਕੀ? ਗੁਰੂ ਜੀ ਕਹਿੰਦੇ ਸਾਡੇ ਕੋਲੇ ਪਰਮੇਸ਼ਰ ਦਾ ਨਾਮ ਹੈ। ਤੇ ਮਹਾਰਾਜ ਜੀ ਪਾਵਨ ਗੁਰਬਾਣੀ ਸੁਣ ਰਹੇ ਹੋ, ਨਿਰਭਉ ਜਪੈ ਸਗਲ ਭਉ ਮਿਟੈ। ਨਿਰਭਉ ਪ੍ਰਮਾਤਮਾ ਨੂੰ ਜਪਣ ਵਾਲਿਆਂ ਦੇ ਸਾਰੇ ਭੈ ਖਤਮ ਹੋ ਜਾਂਦੇ ਨੇ। ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਛੋਟੇ ਛੋਟੇ ਸਾਹਿਬਜ਼ਾਦੇ ਨੀਹਾਂ ਵਿੱਚ ਖੜੇ ਸੂਬੇ ਸਰਹੰਦ ਨੂੰ ਕਹਿ ਰਹੇ, ਤਸੀਹੇ ਦਿੱਤੇ ਜਾ ਰਹੇ ਸੀ ਨੇਕਾਂ, ਪਰ ਸਾਧ ਸੰਗਤ ਹੱਸਦੇ ਹੱਸਦੇ ਉਹਨਾਂ ਤਸੀਹਿਆਂ ਨੂੰ ਸਹਿ ਰਹੇ ਸਨ। ਭਾਈ ਤਾਰੂ ਸਿੰਘ ਜੀ ਦਾ ਖੁੱਪਰ ਲਾ ਦਿੱਤਾ, ਕਿੱਡਾ ਵੱਡਾ ਦਹਿਸ਼ਤ ਸੀ ਉਸ ਸਮੇਂ। ਭਾਈ ਮਨੀ ਸਿੰਘ ਜੀ ਦਾ ਬੰਦ ਕੱਢ ਦਿੱਤਾ। ਮੌਤ ਦੀ ਪਰਵਾਹ, ਮੌਤ ਦਾ ਡਰ ਨਹੀਂ ਹੈ। ਕੀ ਕਹਿ ਰਹੇ ਨੇ ਕਬੀਰ? ਮੋਹੇ ਮਰਨੇ ਕਾ ਚਾਉ ਹੈ, ਮੈਨੂੰ ਮਰਨ ਦਾ ਚਾਅ ਏ। ਕਿਉਂ? ਮਰੋ ਤਾਂ ਹਰ ਕੈ, ਮੈਂ ਗੁਰੂ ਵਾਲਾ ਹੋ ਗਿਆ, ਮੈਂ ਉਸ ਦਰ ਤੇ ਪਹੁੰਚਿਆ ਹੋਇਆ। ਮਤ ਹਰ ਪੁੱਛੋ ਕੌਣ ਹੈ ਪਰਾ ਹਮਾਰੇ ਬਾਹਰ। ਜਿੱਥੇ ਕੋਈ ਪਹੁੰਚ ਨਹੀਂ ਸਕਦਾ, ਜਿੱਥੇ ਕੋਈ ਪੁੱਛ ਗਿੱਛ ਨਹੀਂ ਹੈ ਵੀ ਤੂੰ ਕੌਣ ਹੈ, ਕਿੱਥੋਂ ਆਇਆ, ਮੈਂ ਉਸ ਦਰ ਦਾ ਪਾਂਧੀ ਬਣ ਚੁੱਕਾ ਆ। ਇਸ ਕਰਕੇ ਮੈਨੂੰ ਭੈ ਨਹੀਂ ਆਉਂਦਾ, ਡਰ ਨਹੀਂ ਆਉਂਦਾ। ਜਲਾਦ ਕੰਬ ਜਾਂਦੇ ਨੇ, ਬੰਦ ਕਟਿਆ ਜਾਂਦਾ ਹੈ। ਭਾਈ ਦਿਆਲਾ ਜੀ ਨੂੰ ਦੇਗਿਆਂ ਵਿੱਚ ਉਬਾਲਿਆ ਜਾ ਰਿਹਾ ਹੈ, ਪਰ ਭੈ ਨਹੀਂ ਹੈ। ਭਾਈ ਮਤੀ ਦਾਸ ਨੂੰ ਆਰੇ ਨਾਲ ਚੀਰਿਆ ਜਾ ਰਿਹਾ ਹੈ, ਪਰ ਭਾਈ ਮਤੀ ਦਾਸ ਦਾ ਮੁਖ ਗੁਰੂ ਵੱਲ ਹੈ। ਗੁਰੂ ਗੁਰੂ ਜਪ ਰਿਹਾ, ਬਾਣੀ ਦਾ ਪਾਠ ਕਰ ਰਿਹਾ ਸਿੱਖ। ਤਮਾਮ ਉਹ ਸਿੰਘਣੀਆਂ ਔਰ ਬੀਬੀਆਂ, ਅਨੇਕਾਂ ਹੀ ਮੀਰ ਮਨੂ ਦੀ ਜੇਲ੍ਹ ਵਿੱਚ ਤਸੀਹੇ ਦਿੱਤੇ ਗਏ। ਛੋਟੇ ਛੋਟੇ ਬੱਚਿਆਂ ਨੂੰ ਨੇਜਿਆਂ ਤੇ ਪਾ ਕੇ ਟੰਗਿਆ ਗਿਆ, ਪਟਕਾ ਕੇ ਪੱਥਰਾਂ ਤੇ ਮਾਰਿਆ ਗਿਆ। ਛੋਟੇ ਛੋਟੇ ਟੁਕੜੇ ਕੀਤੇ ਗਏ, ਆਂਦਰਾਂ ਦੇ ਹਾਰ ਬਣਾ ਕੇ ਮਾਤਾਵਾਂ ਬੀਬੀਆਂ ਦੇ ਗਲਿਆਂ ਵਿੱਚ ਪਾਏ ਗਏ। ਕਿਹੜੀ ਉਹ ਸ਼ਕਤੀ ਸੀ ਜਿਹੜੀ ਉਹਨਾਂ ਨੂੰ ਭੈ ਨਹੀਂ ਦੇ ਸਕੀ, ਡਰਾ ਨਹੀਂ ਸਕੀ? ਮਹਾਰਾਜ ਕਹਿੰਦੇ ਹਰ ਕੋ ਨਾਮ ਸਦਾ ਸੁਖਦਾਈ। ਮਹਾਰਾਜ ਦੀ ਬਾਣੀ, ਜਦੋਂ ਸਿੱਖ ਬਾਣੀ ਨਾਲ ਜੁੜ ਜਾਂਦਾ ਹੈ, ਸਿੱਖ ਦੀ ਅਟੈਚਮੈਂਟ ਗੁਰੂ ਜੀ ਦੀ ਬਾਣੀ ਨਾਲ ਹੋ ਜਾਂਦੀ ਹੈ, ਸਾਧ ਸੰਗਤ ਮੌਤ ਦਾ ਡਰ ਹੀ ਨਹੀਂ ਰਹਿੰਦਾ। ਸੰਸਾਰ ਮੌਤ ਕੋਲੋਂ ਡਰਦਾ, ਪਰ ਮਹਾਰਾਜ ਕਹਿੰਦੇ ਮੌਤ ਨੇ ਆਉਣਾ ਹੈ, ਇਹ ਨਹੀਂ ਵੀ ਹੋਣਾ ਨਹੀਂ। ਕਿਆ ਜਾਣਾ ਕਿ ਮਰੇਂਗੇ, ਕੈਸਾ ਮਰਨਾ ਹੋਏ। ਜੇਕਰ ਸਾਹਿਬ ਮਨੋ ਨਾ ਵਿਸਰੈ, ਤਾਂ ਸਹਿਲਾ ਮਰਨਾ ਹੋਏ। ਮੌਤ ਨੇ ਆਉਣਾ, ਪਤਾ ਨਹੀਂ ਕਦੋਂ ਆਉਣਾ, ਕਿੱਥੇ ਆਉਣਾ ਹੈ, ਕਿਸ ਤਰ੍ਹਾਂ ਮੌਤ ਹੋਣੀ ਹੈ, ਕੋਈ ਕਿਸੇ ਨੂੰ ਖਬਰ ਨਹੀਂ ਹੈ। ਪਰ ਮਹਾਰਾਜ ਕਹਿੰਦੇ ਦੇਹੀ ਮਿਲੀ ਹੈ ਭਜਨ ਕਰਨ ਵਾਸਤੇ, ਬਾਣੀ ਪੜਨ ਵਾਸਤੇ, ਨਾਮ ਜਪਣ ਵਾਸਤੇ। ਪ੍ਰਾਣੀ ਤੂੰ ਆਇਆ ਲਾਹਾ ਲੈਣ ਲੱਗਾ, ਕਿਤ ਤੂੰ ਪਕੜੈ ਸਾ ਮੁਕਦੀ ਚੱਲੀ। ਰਹਿਣ ਗਵਾਈ ਸੋਏ ਕਹਿ ਦਿਵਸ ਗਵਾਇਆ, ਹੀਰੇ ਜੈਸਾ ਕੌਡੀ ਬਦਲੇ ਕੌਡੀਆਂ ਦੇ ਭਾਅ ਨਾ ਗਵਾਉਣਾ। ਜਲ ਕੀ ਗੀਤ ਪਵਨ ਕਾ ਥੰਗਾ, ਰਗਤ ਬੂੰਦ ਕਾ ਗਾਰਾ। हाड़ मास नाड़ी को पिंजर पंखी बसै बिचारा। प्राणी क्या मेरा क्या तेरा, जैसे सरवर पंख बसेरा। राखो कंध सारो दीवा, 3.5 हाथ तेरी सेवा। पंखे बाल पाग सिर ढेरी, हो तन होए गो आसम की ढेरी। ऊंचे मंदर सुंदर नारी, राम नाम बिन बाजी हारी। मिट्टी दी ढेरी हो जाना महाराज कहंदे शरीर दी। लाहा लैण वास्ते आए, मिट्टी विचों पैदा होया, मिट्टी विच ही समा जाना। साध संगत कादा मान है, बाणी ने अनेकां शब्दां द्वारा सानू समझाउणा कीता है।
ਜਿਹੜੇ ਰਾਹੇ ਦੁਨੀਆ ਜਾਂਦੀ, ਰਾਹੇ ਦੁਨੀਆ ਜਾਂਦੀ, ਇੱਕ ਦਿਨ ਤੇ ਵੀ ਤੁਰ ਜਾਣਾ। ਰਾਹੇ ਦੁਨੀਆ ਜਾਂਦੀ, ਇੱਕ ਦਿਨ ਵੀ ਤੁਰ ਜਾਣਾ। ਜਿਹੜੇ ਰਾਹੇ ਦੁਨੀਆ ਜਾਂਦੀ, ਇੱਕ ਦਿਨ ਤੇ ਵੀ ਤੁਰ ਜਾਣਾ। ਰਾਹੇ ਦੁਨੀਆ ਜਾਂਦੀ, ਇੱਕ ਦਿਨ ਤੇ ਵੀ ਤੁਰ ਜਾਣਾ। ਜਿਹੜੇ ਰਾਹੇ ਦੁਨੀਆ ਜਾਂਦੀ, ਇੱਕ ਦਿਨ ਤੇ ਵੀ ਤੁਰ ਜਾਣਾ। ਜਿਹੜੇ ਰਾਹੇ ਦੁਨੀਆ ਜਾਂਦੀ, ਇੱਕ ਦਿਨ ਤੇ ਵੀ ਤੁਰ ਜਾਣਾ। ਜਿਹੜੇ ਰਾਹੇ ਰਾਹੀ ਜਾਂਦੇ, ਰਾਹੇ ਰਾਹੀ ਜਾਂਦੇ, ਇੱਕ ਦਿਨ ਤੇ ਵੀ ਤੁਰ ਜਾਣਾ। ਰਾਹੇ ਰਾਹੀ ਜਾਂਦੇ, ਇੱਕ ਦਿਨ ਤੇ ਵੀ ਤੁਰ ਜਾਣਾ। ਜਿਹੜੇ ਰਾਹੇ ਰਾਹੀ ਜਾਂਦੇ, ਇੱਕ ਦਿਨ ਤੇ ਵੀ ਤੁਰ ਜਾਣਾ। ਰਾਹੇ ਰਾਹੀ ਜਾਂਦੇ, ਇੱਕ ਦਿਨ ਤੇ ਵੀ ਤੁਰ ਜਾਣਾ। ਜਿਹੜੇ ਰਾਹੇ ਰਾਹੀ ਜਾਂਦੇ, ਇੱਕ ਦਿਨ ਤੇ ਵੀ ਤੁਰ ਜਾਣਾ। ਜਿਹੜੇ ਰਾਹੇ ਰਾਹੀ ਜਾਂਦੇ, ਇੱਕ ਦਿਨ ਤੇ ਵੀ ਤੁਰ ਜਾਣਾ। ਤੇ ਵੀ ਤੁਰ ਜਾਣਾ, ਇੱਕ ਦਿਨ ਤੇ ਵੀ ਤੁਰ ਜਾਣਾ। ਮੈਂ ਵੀ ਤੁਰ ਜਾਣਾ, ਇੱਕ ਦਿਨ ਤੇ ਵੀ ਤੁਰ ਜਾਣਾ। ਮੈਂ ਵੀ ਤੁਰ ਜਾਣਾ, ਇੱਕ ਦਿਨ ਤੇ ਵੀ ਤੁਰ ਜਾਣਾ। ਤੇ ਵੀ ਤੁਰ ਜਾਣਾ, ਇੱਕ ਦਿਨ ਤੇ ਵੀ ਤੁਰ ਜਾਣਾ। ਇੱਕ ਦਿਨ ਤੇ ਵੀ ਤੁਰ ਜਾਣਾ। ਮੈਂ ਵੀ ਤੁਰ ਜਾਣਾ, ਇੱਕ ਦਿਨ ਤੇ ਵੀ ਤੁਰ ਜਾਣਾ। ਸੋਹਣੇ ਮੰਦਰ ਨਾ ਵੇ, ਜੀ ਮੰਦਰ ਨਾ ਵੇ, ਬਾਜੀ ਹਾਰ ਜਾਵੇਗਾ। ਮੰਦਰ ਨਾ ਵੇ, ਬਾਜੀ ਹਾਰ ਜਾਵੇਗਾ। ਇਹ ਮੰਦਰ ਨਾਲੇ 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 ਬਾਜੀ ਹਾਰ ਜਾਵੇਗਾ। ਸਾਧ ਸੰਗਤ ਮਹਾਰਾਜ ਦੀ ਪਾਵਨ ਗੁਰਬਾਣੀ ਦਾ ਫੈਸਲਾ। ਉੱਚੇ ਮੰਦਰ ਸੁੰਦਰ ਨਾਰੀ, ਰਾਮ ਨਾਮ ਬਿਨ ਬਾਜੀ ਬਾਜੀ। ਕਹਿੰਦੇ ਹਾਰ ਕੇ ਚਲਿਆ ਜਾਵੇਂਗਾ। ਮਨੁੱਖਾ ਜਨਮ ਜੀਵਨ ਵਾਲੀ ਬਾਜੀ, ਜਿੱਤ ਕੇ ਕੁਝ ਨਹੀਂ ਜਾਵੇਗਾ। ਜਿਨ੍ਹਾਂ ਨੇ ਸੰਸਾਰ ਨੂੰ ਜਿੱਤਿਆ, ਲੈ ਕੇ ਉਹ ਵੀ ਕੁਝ ਨਹੀਂ ਗਿਆ। ਆਖੋ ਜੀ ਸਤਨਾਮ। ਸ੍ਰੀ ਵਾਹਿਗੁਰੂ। ਉਹ ਵੀ ਖਾਲੀ ਹੱਥੀ ਗਏ, ਕੁਝ ਨਹੀਂ ਨਾਲ ਲੈ ਕੇ ਗਏ। ਇਸ ਕਰਕੇ ਮਹਾਰਾਜ ਕਹਿੰਦੇ ਜਿੱਤਣਾ ਹੈ ਤੇ ਆਪਣੇ ਮਨ ਨੂੰ ਜਿੱਤ। ਮਨ ਜਿੱਤਿਆ ਜਾਣਾ ਸਾਧਨਾ ਦੁਆਰਾ, ਸਿਮਰਨ ਦੁਆਰਾ, ਸਿਮਰਨ ਅਭਿਆਸ ਦੁਆਰਾ। ਅੰਮ੍ਰਿਤ ਵੇਲੇ ਉੱਠਣਾ, ਇਸ਼ਨਾਨ ਪਾਣੀ ਕਰਕੇ ਬਾਣੀ ਪੜ੍ਹਨੀ। ਸਾਧ ਸੰਗਤ ਜੀਵਨ ਨੂੰ ਮਰਿਆਦਾ ਵਿੱਚ ਲੈ ਕੇ ਆਵਣਾ। ਸਿੱਖ ਇਹ ਨਾ ਹੋਵੇ ਸਿੱਖ ਤੇ ਮਰਿਆਦਾ ਇੱਕ ਵੀ ਨਾ ਹੋ। ਰਾਤ ਦੇ 9 ਵਜੇ ਸੁੱਤਾ ਤੇ ਦਿਨ ਦੇ 9 ਵਜੇ ਉੱਠਦਾ ਹੈ। 12 ਘੰਟੇ ਸੌਣਾ ਤੇ ਜਾਗ ਨਹੀਂ ਆਈ। ਅੰਮ੍ਰਿਤ ਵੇਲਾ ਤੇ ਇਦਾਂ ਹੀ ਲੰਘ ਗਿਆ। ਮਰਿਆਦਾ ਵਿੱਚ ਜੀਵਨ ਨਹੀਂ ਆਇਆ। ਆਸ਼ਕਾਰਾ ਇਹ ਨਿਸ਼ਾਨੀ ਆਹ ਜਰਦੋ ਰੰਗ, ਜਰਦੋ ਕੰਮ ਕੁਰਦਨੋ ਇੰਤਜ਼ਾਰੀ ਬੇਕਰਾਰੀ ਦਸਤੇ ਸਾਹ। ਘੱਟ ਖਾਣਾ, ਘੱਟ ਸੌਣਾ, ਘੱਟ ਬੋਲਣਾ। 9 ਨਿਸ਼ਾਨੀਆਂ ਭਾਈ ਗੁਰਦਾਸ ਜੀ ਨੇ ਰੱਬ ਦੇ ਪਿਆਰਿਆਂ ਦੀਆਂ ਦੱਸੀਆਂ।
ਅਨੇਕਾਂ ਹੀ ਮਹਾਂਪੁਰਖਾਂ ਦੇ ਆਪਾਂ ਜੀਵਨ ਪੜ੍ਹਦੇ। ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ, ਧੰਨ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ, ਧੰਨ ਸੰਤ ਬਾਬਾ ਜਵਾਲਾ ਸਿੰਘ ਜੀ ਮਹਾਰਾਜ, ਧੰਨ ਸੰਤ ਬਾਬਾ ਹਰਨਾਮ ਸਿੰਘ ਜੀ ਵਰਗੇ ਮਹਾਂਪੁਰਖ। ਸਾਧ ਸੰਗਤ ਜੇ ਭੁੱਖ ਦੋ ਪ੍ਰਸ਼ਾਦਿਆਂ ਦੀ ਹੈ ਤੇ ਇੱਕ ਹੀ ਛਕਦੇ ਸਾਧ। ਕਈ ਵਾਰੀ ਭੋਜਨ ਛਕਣਾ ਵੀ ਨਾ। ਇੱਕ ਭਾਈ ਜੋਧ ਹੋਇਆ ਏ। ਭਾਈ ਜੋਧ ਬੜਾ ਵੱਡਾ ਤਕੜਾ ਵਿਦਵਾਨ ਪੰਡਤ ਸੀ ਤੇ ਸਾਧ ਸੰਗਤ ਉਹ ਇੰਨਾ ਭਰਮਾਂ ਵਿੱਚ ਪਿਆ ਰਹਿੰਦਾ ਸੀ। ਉਹਦੇ ਭਰਮ ਜਿਹੜੇ ਦੂਰ ਨਹੀਂ ਸੀ ਹੁੰਦੇ। ਇੱਕ ਵਾਰੀ ਕਿਸੇ ਰਾਹ ਵਿੱਚ ਜਾਂਦੇ ਹੋਏ ਗੁਰੂ ਨਾਨਕ ਦੇ ਘਰ ਦੇ ਸਿੱਖ ਨਾਲ ਉਹਦਾ ਮੋਢਾ ਲੱਗ ਗਿਆ। ਜਦੋਂ ਮੋਢਾ ਲੱਗਿਆ ਨਾ, ਸਾਧ ਸੰਗਤ ਕਹਿਣ ਲੱਗਿਆ, ਭਰਮ ਸੀ, ਛੂਤ ਛਾਤ ਦੇ ਨਾਲ ਬੜਾ ਭੇਦ ਰੱਖਦਾ ਸੀ। ਹੁਣ ਮੈਨੂੰ ਘਰ ਜਾ ਕੇ ਇਸ਼ਨਾਨ ਕਰਨਾ ਪੈਣਾ ਹੈ। ਪਤਾ ਨਹੀਂ ਕਿਸ ਜਾਤੀ ਦਾ ਹੋਵੇਗਾ, ਮੇਰੇ ਨਾਲ ਮੋਢਾ ਲਾ ਗਿਆ। ਪਰ ਉਹ ਗੁਰੂ ਨਾਨਕ ਦੇ ਘਰ ਦਾ ਸਿੱਖ ਸੀ ਤੇ ਸਾਧ ਸੰਗਤ ਉਹਦਾ ਬਚਨ ਉਹਦੇ ਮੁਖ ਚੋਂ ਨਿਕਲਿਆ, ਸਰੀਰ ਨੇ ਸੰਸਾਰ ਤੇ ਰਹਿਣਾ ਨਹੀਂ। ਆਖੋ ਜੀ ਸਤਨਾਮ। ਸ੍ਰੀ ਵਾਹਿਗੁਰੂ। ਕਾਹਦਾ ਭੇਦ ਹੈ, ਭਾਵ ਹੈ, ਕਾਹਦਾ ਭੁਲੇਖਾ ਹੈ, ਕਾਹਦਾ ਛੂਤ ਛਾਤ ਕਰ ਰਿਹਾ ਹੈ। ਸਰੀਰ ਨਾਸਵੰਤ ਹੈ। ਮਾਰੇ ਕਹਿੰਦੇ ਤਨ ਧੋਤੇ ਮਨ ਅੱਛਾ ਨਾ ਹੋਵੇ। ਜੇ ਕੋਈ ਕਹੇ ਮੈਂ ਆਪਣਾ ਤਨ ਧੋਈ ਜਾਵਾਂ ਪਰ ਮਨ ਏਦਾਂ ਸਾਫ਼